ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਅੱਜ ਜਦੋਂ ਚਰਚਾ ਇਹ ਹੁੰਦੀ ਆ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ, ਨਵੀਂ ਖਬਰ ਸਵੇਰੇ ਸਵੇਰੇ ਸੁਣਨ ਨੂੰ ਮਿਲ ਗਈ ਕਿ ਕੇਂਦਰ ਸਰਕਾਰ ਨੇ, ਕੇਂਦਰ ਦੇ ਬਿਜਲੀ ਵਿਭਾਗ ਨੇ ਪੰਜਾਬ ਦੇ ਹਿੱਸੇ ਦੀ ਜਿਹੜੀ ਬਿਜਲੀ ਆ ਉਹ ਹਰਿਆਣੇ ਨੂੰ ਦੇ ਦਿੱਤੀ। ਹਾਲਾਂਕਿ ਦਾਅਵਾ ਜਿਹੜਾ ਉਹ ਪੰਜਾਬ ਦਾ ਬਣਦਾ ਸੀ, ਪੰਜਾਬ ਨੇ ਕੀਤਾ ਵੀ ਸੀ, ਪਰ ਇਗਨੋਰ ਕੀਤਾ ਗਿਆ। ਇਹਦੇ ਉੱਤੇ ਬੜੇ ਸਵਾਲ ਖੜੇ ਹੋ ਰਹੇ ਨੇ। ਪਿਛਲੇ ਕੁਝ ਦਿਨਾਂ ਦੇ ਵਿੱਚ ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਹਾਲਾਂਕਿ ਪਹਿਲਾਂ ਵੀ ਕੇਂਦਰ ਸਰਕਾਰ ਪੰਜਾਬ ਨਾਲ ਜਿਹੋ ਜਿਹਾ ਸਲੂਕ ਕਰਦੀ ਆਈ ਹੈ ਉਹ ਸਭ ਨੂੰ ਪਤਾ, ਪਰ ਜਦੋਂ ਦੀ ਨਵੀਂ ਭਗਵੰਤ ਮਾਨ ਹੋਰਾਂ ਦੀ ਸਰਕਾਰ ਪੰਜਾਬ 'ਚ ਬਣੀ ਹੈ, ਉਦੋਂ ਤੋਂ ਖਬਰਾਂ ਜਿਹੜੀਆਂ ਤੁਹਾਡੇ ਸਾਡੇ ਸਭ ਦੀ ਨਜ਼ਰ ਦੇ ਵਿੱਚ ਨੇ ਕਿ ਹਮਲੇ ਥੋੜੇ ਤੇਜ਼ ਹੋ ਗਏ ਨੇ, ਤੇ ਉਹਨਾਂ ਦਾ ਜਵਾਬ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਜਾਂ ਉਹਨਾਂ ਦੀ ਸਰਕਾਰ ਵੱਲੋਂ, ਅਰਵਿੰਦ ਕੇਜਰੀਵਾਲ, ਉਹਨਾਂ ਦੇ ਰਾਜ ਸਭਾ ਮੈਂਬਰ ਜਿਹੜੇ ਨਵੇਂ ਬਣੇ, ਭਗਵੰਤ ਮਾਨ ਹੋਰਾਂ ਵੱਲੋਂ ਕਿਸ ਪੱਧਰ ਤੇ ਕਿਸ ਤਰੀਕੇ ਨਾਲ ਦਿੱਤਾ ਜਾ ਰਿਹਾ, ਉਹਦੇ ਉੱਤੇ ਵੀ ਚਰਚਾ ਕਰਨੀ ਬਣਦੀ ਹੈ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਜੀ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਧੰਨਵਾਦ ਖਾਲਿਦ ਸਾਹਿਬ। ਪਹਿਲਾ ਮਸਲਾ ਜਿਹੜਾ ਅਨਐਲੋਕੇਟਿਡ ਜਿਹੜਾ ਬਿਜਲੀ ਦੀ ਗੱਲ ਹੋ ਰਹੀ ਹੈ ਕਿ ਹਰਿਆਣੇ ਨੂੰ ਦੇਤੀ, ਪੰਜਾਬ ਨੂੰ ਬਿਜਲੀ ਨਹੀਂ ਦਿੱਤੀ, ਇਹ ਕੀ ਮਸਲਾ ਕੀ ਹੈ ਪੂਰਾ? ਦੇਖੋ, ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਦਾ ਡੈਫਿਸਿਟ ਹੈਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਾਂ ਸੈਂਟਰ ਪੂਲ ਤੋਂ ਕਈ ਵਾਰ ਬਿਜਲੀ ਲੈਂਦੇ ਹਾਂ, ਕਈ ਵਾਰ ਖਰੀਦਦੇ ਹਾਂ, ਔਰ ਕਈ ਵਾਰ ਇਦਾਂ ਵੀ ਹੈ ਕਿ ਬਿਜਲੀ ਮਹਿੰਗੀ ਖਰੀਦ ਕੇ ਸਸਤੀ ਕੰਜ਼ਿਊਮਰ ਨੂੰ ਦਿੱਤੀ ਜਾਂਦੀ ਹੈ, ਜਿਹਦੀ ਵਜ੍ਹਾ ਕਰਕੇ ਆਪਾਂ ਦੇਖਦੇ ਹਾਂ ਕਿ ਜਿਹੜਾ PSPCL ਹੈ ਸਾਡਾ, ਉਹ ਕਾਫੀ ਜ਼ਿਆਦਾ ਘਾਟੇ ਦੇ ਵਿੱਚ ਹੈ। ਸਾਡੇ ਜਿਹੜੇ ਥਰਮਲ ਪਲਾਂਟ ਹੈ ਜਾਂ ਤਾਂ ਉਹ ਬੰਦ ਹੋ ਚੁੱਕੇ ਹੈ, ਜਾਂ ਬੰਦ ਹੋਣ ਦੀ ਕਗਾਰ ਤੇ ਹੈ, ਜਾਂ ਉਹਨਾਂ ਕੋਲ ਕੋਇਲਾ ਨਹੀਂ ਹੈਗਾ। ਉਸ ਸਿਚੁਏਸ਼ਨ ਦੇ ਵਿੱਚ ਇੱਕ ਵੱਡਾ ਬਿਜਲੀ ਦਾ ਕ੍ਰਾਈਸਿਸ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਖੜਾ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਅਗਰ ਸੈਂਟਰ ਪੂਲ ਚੋਂ ਪਹਿਲਾਂ ਵੀ ਬਿਜਲੀ ਸਾਨੂੰ ਦਿੱਤੀ ਜਾਂਦੀ ਸੀਗੀ ਤਾਂ ਹੁਣ ਵੀ ਦਿੱਤੀ ਜਾਣੀ ਚਾਹੀਦੀ ਹੈ। ਦੋ ਤਿੰਨ ਮਸਲੇ ਦੇ ਵਿੱਚ ਬਹੁਤ ਗੰਭੀਰ ਹੈ। ਪਹਿਲਾ ਤਾਂ ਮਸਲਾ ਹੈਗਾ ਕਿ ਅਗਰ ਆਮ ਆਦਮੀ ਪਾਰਟੀ ਆਪਣੀਆਂ ਕਮਿਟਮੈਂਟਸ ਨੂੰ ਜਾਰੀ ਰੱਖਦੀ ਹੈ ਔਰ 300 ਜਿਹੜਾ ਹੈਗਾ ਯੂਨਿਟ ਬਿਜਲੀ ਹਰ ਪਰਿਵਾਰ ਨੂੰ ਦਿੰਦੀ ਹੈ ਜਾਂ ਜ਼ਿਆਦਾਤਰ ਪਰਿਵਾਰਾਂ ਨੂੰ ਦਿੰਦੀ ਹੈ, ਤਾਂ ਉਹ ਸੈਂਟਰ ਗੌਰਮੈਂਟ ਨੂੰ ਐਕਸੈਪਟੇਬਲ ਨਹੀਂ ਹੈ। ਸੈਂਟਰ ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਜੇ ਵਾਅਦੇ ਕਰਦੇ ਹੋ ਫ੍ਰੀ ਬੀਜ ਦੇ, ਫ੍ਰੀ ਚੀਜ਼ਾਂ ਦੇਣ ਦੇ, ਉਹਨੂੰ ਆਪਣੇ ਪੂਲ ਦੇ ਵਿੱਚੋਂ ਪੂਰਾ ਕਰੋ, ਸਾਡੇ ਪਰ ਨਾ ਸਿੱਟੋ। ਅੱਛਾ, ਉਹ ਇੱਕ ਸਾਡਾ ਡਿਫਰੈਂਸ ਆਫ ਓਪੀਨੀਅਨ ਪੰਜਾਬ ਗੌਰਮੈਂਟ ਦਾ ਤੇ ਸੈਂਟਰ ਗੌਰਮੈਂਟ ਦਾ ਬਣਿਆ ਹੋਇਆ ਹੈ। ਔਰ ਸਿਰਫ ਇਸੇ ਇਸ਼ੂ ਤੇ ਨਹੀਂ, ਹੋਰ ਵੀ ਕਈ, ਬਿਜਲੀ ਦਾ ਤਾਂ ਇੱਕ ਮਸਲਾ ਹੈ, ਹੋਰ ਕਈ ਮਸਲਿਆਂ ਦੇ ਉੱਪਰ ਹੈ। ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਹਰਿਆਣੇ ਨੂੰ ਦੇਤੀ ਹੈ, ਕਿ ਹਰਿਆਣੇ ਨੂੰ ਤਾਂ ਇਹ ਦੇਖਣਾ ਹੈ ਕਿ ਉਹ ਕਿੰਨੀ ਬਿਜਲੀ ਫ੍ਰੀ ਦੇ ਰਹੇ ਹੈ ਜਾਂ ਨਹੀਂ ਦੇ ਰਹੇ, ਕਿੰਨੀ ਸਬਸਿਡੀ ਕਰ ਰਹੇ ਹੈ ਕਿਸਾਨਾਂ ਵਾਸਤੇ ਤਾਂ ਜਾਂ ਡੋਮੈਸਟਿਕ ਕੰਜ਼ਿਊਮਰ ਵਾਸਤੇ। ਸਾਡੇ ਕਿਸਾਨਾਂ ਵਾਸਤੇ ਵੀ ਬਿਜਲੀ ਕਾਫੀ ਜ਼ਿਆਦਾ ਲੋਕਾਂ ਨੂੰ ਫ੍ਰੀ ਜਾ ਰਹੀ ਹੈ, ਤੇ ਇਸ ਤੋਂ ਇਲਾਵਾ ਅਗਰ ਡੋਮੈਸਟਿਕ ਸੈਕਟਰ ਦੇ ਵਿੱਚ ਵੀ ਘਰਾਂ ਵਾਸਤੇ ਵੀ ਬਿਜਲੀ ਫ੍ਰੀ ਦੇ ਦਿੱਤੀ ਜਾਂਦੀ ਹੈ, ਜਿਹੜਾ ਕਿ ਵਾਅਦਾ ਹੈਗਾ, ਤਾਂ ਉਹਦਾ ਪ੍ਰਭਾਵ ਸਾਡੇ ਰੈਵਨਿਊ ਜਾਂ ਐਕਸਚੇਕਰ ਤੇ ਪਏਗਾ ਹੀ। ਸਰਕਾਰ ਵਾਸਤੇ ਵੀ ਬੜਾ ਮੁਸ਼ਕਿਲ ਹੋਏਗਾ ਉਹਨੂੰ ਪੂਰਾ ਕਰਨਾ। ਔਰ ਉੱਪਰੋਂ ਸੈਂਟਰ ਗੌਰਮੈਂਟ ਤੋਂ ਇਹ ਗੱਲ ਯਾਦ ਰੱਖਿਓ ਕਿ ਪੰਜਾਬ ਦੀ, ਵੈਸੇ ਤਾਂ ਕਿਸੇ ਵੀ ਸਰਕਾਰ ਦੇ ਨਾਲ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਕੇਂਦਰ ਦਾ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਹੋਏਗਾ। ਚਾਹੇ ਉਹਨੂੰ GST ਦਾ ਮਸਲਾ ਤੇ ਲੈ ਲਓ, ਚਾਹੇ ਭਗਵੰਤ ਮਾਨ ਦਾ 1 ਲੱਖ ਕਰੋੜ ਰੁਪਇਆ 2 ਕਿਸ਼ਤਾਂ ਦੇ ਵਿੱਚ ਜਿਹੜਾ ਉਹਨਾਂ ਨੇ ਡਿਮਾਂਡ ਕੀਤਾ ਹੈ ਉਹ ਲੈ ਲਓ, ਚਾਹੇ ਬਿਜਲੀ ਦਾ ਮਸਲਾ ਲੈ ਲਓ, ਚਾਹੇ ਤੁਸੀਂ ਹੋਰ ਜਿੰਨੇ ਵੀ ਇਸ਼ੂਜ਼ ਲੈ ਲਓ, ਸੈਂਟਰ ਗੌਰਮੈਂਟ ਦਾ ਕੋਈ ਵੀ ਸਹਿਯੋਗ ਪੰਜਾਬ ਸਰਕਾਰ ਦੇ ਨਾਲ ਨਹੀਂ ਰਹੇਗਾ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈਗੀ ਹੈ ਕਿ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ। BJP ਨੇ ਬਹੁਤ ਕੋਸ਼ਿਸ਼ ਕੀਤੀ ਐਤਕੀ ਡੇਰਿਆਂ ਨੂੰ ਨਾਲ ਲੈ ਕੇ, ਕਈ ਸਿੱਖ ਲੀਡਰਸ਼ਿਪ ਨਾਲ ਫੋਟੋਆਂ ਖਿਚਾ ਕੇ, ਕਿ ਹੋ ਸਕਦਾ ਸਾਡੀ ਕੋਈ ਗੱਲ ਬਣ ਜਾਵੇ, ਲੇਕਿਨ ਕੋਈ ਗੱਲ ਨਹੀਂ ਬਣੀ, ਕਿਉਂਕਿ ਪੰਜਾਬ ਦੀ ਧਰਾਤਲ BJP ਵਾਸਤੇ ਨਹੀਂ ਹੈ ਅੱਜ ਦੀ ਘੜੀ। ਔਰ ਵਧੀਆ ਤੇ ਵਧੀਆ ਟਾਈਮ ਦੇ ਵਿੱਚ ਵੀ BJP 7 ਤੋਂ 8% ਹੀ ਵੋਟਾਂ ਦਾ ਸ਼ੇਅਰ ਜਿਹੜਾ ਹੈਗਾ ਪੰਜਾਬ ਦੇ ਵਿੱਚ ਲੈਂਦੀ ਹੈ। ਪੰਜਾਬ ਦੀ ਰਾਜਨੀਤੀ ਡਿਫਰੈਂਟ ਕਿਸਮ ਦੀ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਨਾ ਤਾਂ ਤੁਸੀਂ ਹਿੰਦੂ ਮੁਸਲਿਮ ਡਿਵਾਈਡ ਕਰ ਸਕਦੇ ਹੋ, ਜਿਵੇਂ UP ਜਾਂ ਹੋਰ ਜਗ੍ਹਾ ਕਰਦੇ ਹੋ, ਜਿਹਦੇ ਨਾਲ ਤੁਹਾਨੂੰ ਜਿਹੜੀ ਹੈਗੀ ਡਿਵੀਜ਼ਨ ਕਰ ਸਕਦੇ ਹੋ ਵੋਟਾਂ ਦੀ।
ਪੰਜਾਬ ਦੇ ਵਿੱਚ ਲੋਕ ਬਿਲਕੁਲ ਡਿਫਰੈਂਟ ਤਰੀਕੇ ਦੇ ਨਾਲ ਰਾਜਨੀਤੀ ਨੂੰ ਸੋਚਦੇ ਆ ਤੇ ਮੈਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਇਹ ਗੱਲ ਪਤਾ ਹੈ ਕਿ ਇੱਥੇ ਅਸੀਂ ਸੱਤਾ 'ਚ ਤਾਂ ਆਉਣਾ ਹੈ ਨਹੀਂ, ਇਸ ਕਰਕੇ ਪੋਲੀਟੀਕਲ ਪਾਰਟੀ ਕੋਈ ਵੀ ਪਾਵਰ 'ਚ ਆਵੇ, ਖਾਸ ਤੌਰ ਪਰ ਆਮ ਆਦਮੀ ਪਾਰਟੀ ਦੀ, ਜਿਹਦੇ ਨਾਲ ਵੈਸੇ ਹੀ ਉਹਨਾਂ ਦਾ 36 ਦਾ ਆંકੜਾ ਹੈ, ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਜਿਹੜੀ ਹੈਗੀ ਹੈ ਉਹ ਦੇਣ ਤੋਂ ਸੰਕੋਚ ਕਰੇਗੀ ਜਾਂ ਇਨਕਾਰ ਕਰੇਗੀ। ਇਹ ਜਿਹੜੀ ਹੈਗੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ। ਜੀ। ਖਾਲਿਦ ਸਾਹਿਬ, ਅਗਲੀ ਗੱਲ ਜਿਹੜੀ ਹੈ ਪੇਂਡੂ ਵਿਕਾਸ ਫੰਡ ਦੀ, ਉਹਦੇ ਤੋਂ ਵੀ ਕਹਿੰਦੇ ਹੱਥ ਘੁੱਟ ਲਏ। ਬੀਜੇਪੀ ਆਪਣੇ ਤਰਕ ਦੇ ਰਹੀ ਆ ਕਿ ਪਿਛਲੀ ਸਰਕਾਰ ਜਿਹੜੀ ਆ ਉਹ ਇਹਦੇ ਹੋਰ ਕਿਸੇ ਪਾਸੇ ਨੂੰ ਇਸ ਪੇਮੈਂਟ ਨੂੰ, ਇਸ ਜਿਹੜੇ ਆਉਂਦੀ ਹੈ ਉੱਥੋਂ ਰਕਮ, ਉਹਨੂੰ ਵਰਤਦੀ ਰਹੀ। ਹਾਲਾਂਕਿ ਪਿਛਲੀ ਵੀ ਰੋਕੀ ਗਈ, ਇਸ ਵਾਰ ਦੀ ਫੇਰ ਰੋਕ ਦਿੱਤੀ ਗਈ। ਪਰ ਕੀ ਚਾਹੀਦਾ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੀਤਾ ਸੋ ਕੀਤਾ, ਹੁਣ ਅਗਲਿਆਂ ਨੂੰ ਜਿਹੜੇ ਮੌਕਾ ਦਿੱਤਾ ਗਿਆ ਤਾਂ ਥੋੜਾ ਉਹ ਵੀ ਸੰਭਲ ਕੇ ਚੱਲਣ। ਪੇਂਡੂ ਵਿਕਾਸ ਫੰਡ ਦੀ ਵਰਤੋਂ ਕਰਨੀ ਕਿੱਥੇ ਕਿੱਥੇ ਆ ਤੇ ਭੇਜੀ ਕਿਹਦੇ ਲਈ ਜਾਂਦੀ ਹੈ, ਇਹ ਵੀ ਸਪਸ਼ਟ ਕਰਨਾ ਚਾਹੀਦਾ। ਦੇਖੋ, ਪਹਿਲੀ ਤਾਂ ਚੀਜ਼ ਇਹ ਹੈਗੀ ਹੈ ਸੁਖਵਿੰਦਰ ਜੀ ਕਿ ਪਿਛਲੇ 5-7 ਸਾਲ ਤੋਂ ਜਦ ਬੀਜੇਪੀ ਸੱਤਾ ਦੇ ਵਿੱਚ ਆਈ ਹੈ, ਕਾਫੀ ਜ਼ਿਆਦਾ ਸੱਤਾ ਜਿਹੜਾ ਪਾਵਰ ਦਾ ਕੇਂਦਰੀਕਰਨ ਕਾਫੀ ਜ਼ਿਆਦਾ ਹੋਇਆ ਤੇ ਛੋਟੀ ਤੋਂ ਛੋਟੀ ਗੱਲ ਤੱਕ ਵੀ ਸੈਂਟਰ ਗਵਰਨਮੈਂਟ ਇਨਵੋਲਵ ਹੋ ਗਈ ਹੈ। ਤੁਸੀਂ ਜੀਐਸਟੀ, ਤੁਸੀਂ ਇਹਦਾ ਮਸਲਾ ਲੈ ਲਓ ਡੀਮੋਨੇਟਾਈਜੇਸ਼ਨ ਦਾ, ਕੇਂਦਰ ਸਰਕਾਰ ਨੇ ਆਪਣੇ ਆਪ ਫੈਸਲਾ ਕਰ ਲਿਆ ਬਿਨਾਂ ਕਿਸੇ ਸਟੇਟ ਨੂੰ, ਕਿਸੇ ਨੂੰ ਉਹਦੇ ਵਿੱਚ ਲੈਤੇ। ਆਪਾਂ ਦੇਖਦੇ ਹਾਂ ਕਿ ਖਮਿਆਜ਼ਾ ਜਿਹੜਾ ਸੀਗਾ ਉਹ ਆਮ ਜਨਤਾ ਨੂੰ ਔਰ ਸਟੇਟਸ ਨੂੰ ਭੁਗਤਣਾ ਪਿਆ। ਇਸੇ ਤਰੀਕੇ ਦੇ ਨਾਲ ਜੀਐਸਟੀ ਕੌਂਸਲ ਤਾਂ ਬਣ ਗਈ, ਲੇਕਿਨ ਉੱਥੇ ਚੱਲਦੀ ਸੈਂਟਰ ਗਵਰਨਮੈਂਟ ਦੀ ਹੈ ਤੇ ਇਸੇ ਤਰੀਕੇ ਦੇ ਨਾਲ ਫੰਡਾਂ ਦੀ ਅਦਾਇਗੀ ਹੈ। ਫੰਡਾਂ ਦੀ ਅਦਾਇਗੀ ਜਿਹੜੀ ਹੈਗੀ ਹੈ, ਸੈਂਟਰ ਗਵਰਨਮੈਂਟ ਕਈ ਸਕੀਮਾਂ ਬਣਾਉਂਦੀ ਹੈ ਸਟੇਟਸ ਵਾਸਤੇ, ਥੋੜਾ ਚਿਰ ਚਲਾ ਕੇ ਉਸ ਤੋਂ ਬਾਅਦ ਕਹਿੰਦੇ ਲਓ ਜੀ ਅਸੀਂ ਤਾਂ ਚਲਾ ਲਈ, ਹੁਣ ਇਹ ਤੁਹਾਡਾ ਮਸਲਾ ਹੈ। ਜਦ ਕਿ ਰੈਵਨਿਊ ਮੈਕਸਿਮਮ ਸੈਂਟਰ ਗਵਰਨਮੈਂਟ ਕੋਲ ਇਕੱਠਾ ਹੁੰਦਾ, ਸਟੇਟਸ ਕੋਲ ਤਾਂ ਰੈਵਨਿਊ ਦੇ ਸਾਧਨ ਹੀ ਬਹੁਤ ਥੋੜੇ ਹੈ। ਜੀਐਸਟੀ ਜਿਹੜੀ ਹੈਗੀ ਹੈ ਉਹਦੇ ਵਿੱਚ ਸਾਰੇ ਫੰਡ ਜਿਹੜੇ ਹੈਗੇ ਆ ਗਏ। ਇਸ ਤੋਂ ਇਲਾਵਾ ਵੀ ਪਹਿਲਾਂ ਇਹ ਕਹਿੰਦੇ ਸੀਗੇ ਵੀ ਜੀਐਸਟੀ ਅਸੀਂ ਲਾ ਰਹੇ ਹਾਂ, ਸਾਰੇ ਫੰਡ ਇੱਕ ਜਗ੍ਹਾ ਇਕੱਠੇ ਕਰ ਦਿਆਂਗੇ, ਸਾਰੇ ਟੈਕਸ ਇੱਕ ਜਗ੍ਹਾ ਇਕੱਠੇ ਕਰ ਦਿਆਂਗੇ। ਲੇਕਿਨ ਤੁਸੀਂ ਜੀਐਸਟੀ ਵੀ ਲਾਤਾ, ਇਸ ਤੋਂ ਇਲਾਵਾ ਹੋਰ ਵੀ ਟੈਕਸ ਲਾਈ ਜਾ ਰਹੇ ਹੋ। ਜਦ ਸਾਰੇ ਫੰਡ ਇਕੱਠੇ ਕਰਨੇ ਥੇ, ਫਿਰ ਤੁਸੀਂ ਜੀਐਸਟੀ ਟਾਈਮ ਤੇ ਨਹੀਂ ਦੇ ਰਹੇ। ਤੁਸੀਂ 3 ਮਹੀਨਿਆਂ ਬਾਅਦ ਜੀਐਸਟੀ ਦਵੋਗੇ ਸਟੇਟ ਨੂੰ, 4 ਮਹੀਨਿਆਂ ਬਾਅਦ ਦਵੋਗੇ, ਔਰ ਉਸ ਤੋਂ ਬਾਅਦ ਡਿਸਕ੍ਰਿਮੀਨੇਸ਼ਨ ਹੋਏਗਾ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਬੀਜੇਪੀ ਦੀ ਹੈ ਜਾਂ ਨਾਨ ਬੀਜੇਪੀ ਦੀ ਸਰਕਾਰ ਹੈ, ਉਹਦੇ ਮੁਤਾਬਕ ਫੈਸਲੇ ਹੋਣਗੇ। ਤੰਗ ਕੀਤਾ ਜਾਏਗਾ ਜਾਣਬੁੱਝ ਕੇ ਤਾਂ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਖੜਾ ਰਹੇ ਔਰ ਜਨਤਾ ਮਗਰ ਪਈ ਰਹੇ ਇਹਨਾਂ ਦੇ। ਉਹ ਚੀਜ਼ ਚੱਲ ਰਹੀ ਹੈ। ਉਹੀ ਚੀਜ਼ ਜਿਹੜੀ ਹੈਗੀ ਹੈ ਰੂਰਲ ਡਿਵੈਲਪਮੈਂਟ ਫੰਡ ਦੀ ਹੈ। ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚ ਦੇਖੋ, ਸੜਕਾਂ ਬਣਾਉਣੀਆਂ ਹੈਗੀਆਂ ਜਾਂ ਰੂਰਲ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਹੈ ਪਿੰਡਾਂ ਦੇ ਵਿੱਚ, ਜਾਂ ਹੋਰ ਜਿੰਨੇ ਵੀ ਪਬਲਿਕ ਡੋਮੇਨ ਦੇ ਵਿੱਚ ਪ੍ਰੋਜੈਕਟ ਆਉਂਦੇ ਆ, ਉਹ ਸਾਰੇ ਰੂਰਲ ਡਿਵੈਲਪਮੈਂਟ ਫੰਡ ਦੇ ਰਾਹੀਂ ਹੀ ਹੁੰਦੇ ਆ। ਅਗਰ ਤੁਸੀਂ ਪੈਸਾ ਦਿੰਦੇ ਹੋ ਤਾਂ ਤੁਸੀਂ ਪੈਸੇ ਦਾ ਆਡਿਟ ਕਰ ਸਕਦੇ ਹੋ। ਇਹ ਤੁਹਾਡਾ ਦਾਇਤਵ ਹੈ, ਤੁਹਾਡਾ ਫਰਜ਼ ਹੈ, ਔਰ ਇਹ ਕਰਾਉਣਾ ਵੀ ਚਾਹੀਦਾ। ਅਗਰ ਫੰਡ ਕਿਤੇ ਗਲਤ ਜਗ੍ਹਾ ਡਾਈਵਰਟ ਹੁੰਦਾ ਹੈ, ਉਸ ਚੀਜ਼ ਨੂੰ ਵੀ ਰੋਕਣਾ ਸੈਂਟਰ ਗਵਰਨਮੈਂਟ ਦਾ ਫਰਜ਼ ਹੈ, ਕਿਉਂਕਿ ਪੈਸਾ ਸੈਂਟਰ ਗਵਰਨਮੈਂਟ ਤੋਂ ਆ ਰਿਹਾ ਹੈ ਤਾਂ ਜਿਹੜੀ ਆਡਿਟ ਹੈ ਉਹ ਵੀ ਸੈਂਟਰ ਗਵਰਨਮੈਂਟ ਹੀ ਕਰੇਗਾ। ਲੇਕਿਨ ਜੇ ਤੁਸੀਂ ਕਹੋ ਕਿ ਕਿਉਂਕਿ ਪਿਛਲੀ ਸਰਕਾਰ ਨੇ ਇਦਾਂ ਕੀਤਾ ਸੀਗਾ, ਪਹਿਲੀ ਤਾਂ ਗੱਲ ਹੈਗੀ ਉਹਦੀ ਰਿਪੋਰਟ ਆਉਣੀ ਚਾਹੀਦੀ ਹੈ ਵੀ ਭਾਈ ਕਿੰਨਾ ਫੰਡ ਆਇਆ ਥਾ, ਪਿਛਲੀ ਸਰਕਾਰ ਨੇ ਕਿੰਨਾ ਡਾਈਵਰਟ ਕਰਤਾ, ਔਰ ਇਹ ਜਿਹੜਾ ਡਾਈਵਰਸ਼ਨ ਗਲਤ ਹੀ ਪਬਲਿਕ ਡੋਮੇਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਹੈ ਜਿਹਦੇ ਵਿੱਚ ਇਹ ਕਿਹਾ ਜਾਵੇ ਕਿ ਫੰਡ ਦੀ ਜਿਹੜੀ ਹੈਗੀ ਹੈ ਦੁਰਵਰਤੋਂ, ਕੁਵਰਤੋਂ ਹੋਈ ਹੈ ਜਾਂ ਫੰਡ ਦੀ ਡਰੇਨੇਜ ਹੋਈ ਹੈ। ਇਹ ਚੀਜ਼ ਜਾਂ ਤਾਂ ਸਰਕਾਰ, ਸੈਂਟਰ ਗਵਰਨਮੈਂਟ ਸਾਹਮਣੇ ਲੈ ਕੇ ਆਵੇ ਸਭ ਦੇ, ਫਿਰ ਉਹਨਾਂ ਦਾ ਜਵਾਬ ਬਣਦਾ ਹੈ। ਅਦਰਵਾਈਜ਼ ਰੂਰਲ ਡਿਵੈਲਪਮੈਂਟ ਫੰਡ, ਕਿਉਂਕਿ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜਾ ਇਨਫਰਾਸਟ੍ਰਕਚਰ ਹਾਈਵੇਜ਼ ਦਾ, ਨੈਸ਼ਨਲ ਹਾਈਵੇਜ਼, ਸਟੇਟ ਹਾਈਵੇਜ਼ ਦਾ ਬਣਿਆ, ਉਹਦੇ ਪਰ ਆਪਾਂ ਪੈਸੇ ਦੇ ਕੇ ਸੜਕ ਤੇ ਚੜ੍ਹਦੇ ਹਾਂ ਤੇ ਉਤਰਦੇ ਹਾਂ, ਯਾਨੀ ਕਿ ਟੋਲ ਜਿਹੜੇ ਹੈਗੇ ਹਰ ਜਗ੍ਹਾ ਟੋਲ, ਹਰ ਛੋਟੀ ਤੋਂ ਛੋਟੀ ਸੜਕ ਤੇ ਟੋਲ ਲੱਗ ਚੁੱਕਿਆ। ਜਿਹੜੇ ਹੁਣ ਸਿਰਫ ਕੀ ਰਹਿ ਗਿਆ ਬਾਹਰ, ਸਿਰਫ ਰੂਰਲ ਫੰਡ, ਰੂਰਲ ਡਿਵੈਲਪਮੈਂਟ ਰਹਿ ਗਈ, ਯਾਨੀ ਕਿ ਪਿੰਡਾਂ ਦੀਆਂ ਸੜਕਾਂ ਜਾਂ ਸ਼ਹਿਰਾਂ ਦੀਆਂ ਸੜਕਾਂ। ਉਹਦੇ ਵਿੱਚ ਅਗਰ ਤੁਸੀਂ ਕੋਈ ਪੈਸਾ ਦਿੰਦੇ ਹੋ, ਕੋਈ ਅਹਿਸਾਨ ਨਹੀਂ ਕਰ ਰਹੇ। ਬਾਕੀ ਇਹ ਜਿਹੜਾ ਪੈਸਾ ਹੈਗਾ ਇਹ ਕਿਸੇ ਨੇ ਆਪਣੇ ਨੋਟ ਨਹੀਂ ਛਾਪੇ ਹੋਏ, ਬਲਕਿ ਟੈਕਸ ਪੇਅਰ ਦੀ ਮਨੀ ਹੈ।
ਔਰ ਟੈਕਸਪੇਅਰ ਦੀ ਮਨੀ ਨੂੰ ਅਗਰ ਤੁਸੀਂ ਪ੍ਰੋਪਰ ਢੰਗ ਦੇ ਨਾਲ ਲੋਕਾਂ ਤੱਕ ਨਹੀਂ ਪਹੁੰਚਾਓਗੇ ਔਰ ਕੋਈ ਨਾ ਕੋਈ ਬਹਾਨਾ ਲਾਓਗੇ ਤਾਂ ਟੈਕਸਪੇਅਰ ਦੀ ਸਮਝ ਲਓ ਬੇਇੱਜ਼ਤੀ ਤੁਸੀਂ ਕਰ ਰਹੇ ਹੋ ਜਾਂ ਉਹਨੂੰ ਉਹਦੇ ਪੈਸੇ ਤੋਂ ਸਰਕਾਰ ਜਿਹੜੀ ਹੁੰਦੀ ਹੈ ਸੁਖਵਿੰਦਰ ਜੀ ਉਹ ਪੈਸਿਆਂ ਦੀ ਮੈਨੇਜਰ ਹੁੰਦੀ ਹੈ, ਪੈਸਿਆਂ ਦੀ ਓਨਰ ਨਹੀਂ ਹੁੰਦੀ। ਬਿਲਕੁਲ। ਅਗਰ ਉਹ ਮੈਨੇਜ ਪ੍ਰੋਪਰ ਨਹੀਂ ਕਰ ਰਹੀ, ਅਗਰ ਪ੍ਰੋਪਰਲੀ ਡਿਸਟ੍ਰੀਬਿਊਟ ਨਹੀਂ ਕਰ ਰਹੀ, ਅਗਰ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹਨੂੰ ਕਹਿੰਦੇ ਆ ਭੇਦਭਾਵ ਕਰ ਰਹੀ ਹੈ ਤਾਂ ਉਹ ਬਹੁਤ ਹੀ ਮੰਦਭਾਗੀ ਗੱਲ ਹੈ ਔਰ ਉਹਦੇ ਅਗੇਂਸਟ ਉੱਠ ਕੇ ਖੜਾ ਹੋਣਾ ਚਾਹੀਦਾ ਹੈ। ਹੁਣ ਇੱਕ ਹੋਰ ਮੈਂ ਤੁਹਾਨੂੰ ਐਡ ਕਰ ਦੇਵਾਂ ਗੱਲ, ਇਹ ਜਿਹੜੀ ਚੀਜ਼ ਹੈ ਕੇਵਲ ਆਮ ਆਦਮੀ ਪਾਰਟੀ ਦੇ ਬਸ ਦੀ ਗੱਲ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣ ਗਈ ਹੈ। ਆਮ ਆਦਮੀ ਪਾਰਟੀ ਜਦ ਬਾਕੀ ਦੇ ਜਿਹੜੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲੇਗੀ ਇਹਦੇ ਅਗੇਂਸਟ, ਆਮ ਆਦਮੀ ਪਾਰਟੀ ਕੁਝ ਨਹੀਂ ਕਰ ਸਕਦੀ। ਇੱਕ ਜਦ ਕੇਂਦਰ ਨੂੰ ਮੈਸੇਜ ਜਾਏਗਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਦੀਆਂ ਇਸ ਮੂਵ ਦੇ ਅਗੇਂਸਟ ਹੈ ਤਾਂ ਉੱਥੇ ਜੂੰ ਸਿਰਕੂਗੀ ਮਾੜੀ ਮੋਟੀ, ਅਦਰਵਾਈਜ਼ ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਨੇ ਕੁਝ ਨਹੀਂ ਸਮਝਣਾ ਕੱਲੀ ਨੂੰ। ਜਿਸ ਵੇਲੇ ਕਾਂਗਰਸ ਤੇ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਇਕੱਠੀਆਂ ਹੋ ਕੇ ਇੱਕ ਸੰਘਰਸ਼ ਕਰਨਗੀਆਂ, ਲੜਨਗੀਆਂ ਇਸ ਫੈਸਲੇ ਦੇ ਅਗੇਂਸਟ, ਤਾਂ ਹੀ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਆ ਉਹ ਮੂਵ ਕਰੇਗੀ। ਅਦਰਵਾਈਜ਼ ਸੈਂਟਰੀ ਗਵਰਨਮੈਂਟ ਇਸ ਤਰ੍ਹਾਂ ਦੀਆਂ ਡਿਸਕ੍ਰਿਮੀਨੇਟਰੀ ਪਾਲਿਸੀਜ਼ ਜਿਹੜੀਆਂ ਹੈਗੀਆਂ ਉਹ ਚੱਲਦੀ ਰਹੇਗੀ। ਬਿਲਕੁਲ ਬਿਲਕੁਲ, ਜੋ ਕੁਝ ਦਿੱਲੀ ਦੇ ਵਿੱਚ ਹੁੰਦਾ ਰਿਹਾ, ਇੱਧਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਬਦਲਾਅ ਦੀ ਉਮੀਦ ਨਾਲ ਜਿਹੜਾ ਲਿਆਂਦਾ ਸੀ, ਇਸ ਕਰਕੇ ਸਵਾਲ ਲਗਾਤਾਰ ਉੱਠਦੇ ਨੇ। ਖਾਲਿਦ ਸਾਹਿਬ, ਇੱਕ ਹੋਰ ਗੱਲ, ਮੈਂ ਬਿਜਲੀ ਵਾਲੇ ਮਸਲੇ ਤੇ ਫੇਰ ਆਵਾਂ ਕਿ ਪ੍ਰਾਈਵੇਟ ਜਿਹੜੇ ਭਾਈਵਾਲ ਨੇ ਉਹਨਾਂ ਦਾ ਬਹੁਤ ਫਿਕਰ ਲੱਗਦਾ ਹੈ ਕੇਂਦਰ ਸਰਕਾਰ ਨੂੰ। ਪਹਿਲਾਂ ਤਾਂ ਕਹਿੰਦੇ ਪ੍ਰੀਪੇਡ ਮੀਟਰ ਲਾਉਣੇ, ਤੇ ਪੰਜਾਬ ਵਾਲੇ ਕਹਿੰਦੇ ਕਿ ਨਹੀਂ ਪ੍ਰੀਪੇਡ ਨਹੀਂ, ਅਸੀਂ ਮੀਟਰ ਤਾਂ ਲਾ ਦਿਓ ਪਰ ਉਹ ਪੋਸਟਪੇਡ ਹੋਣਗੇ, ਬਿੱਲ ਭਰਨ ਵਾਲੇ, ਤੇ ਉਹ ਰੀਚਾਰਜ ਕਰਵਾਉਣ ਦੀ ਲੋੜ ਨਹੀਂ ਪੈਣੀ। ਫਿਰ ਉਹ ਕਹਿੰਦੇ ਕਿ ਕੋਲੇ ਦੀ ਘਾਟ ਜੇ ਪੰਜਾਬ ਨੂੰ ਆ ਰਹੀ ਹੈ ਤਾਂ ਜਾ ਕੇ ਪ੍ਰਾਈਵੇਟ ਜਿਹੜੇ ਨੇ ਵਿਦੇਸ਼ਾਂ ਤੋਂ ਮੰਗਾ ਲਓ ਜਾਂ ਕਿਤੋਂ ਹੋਰ ਮੰਗਾ ਲਓ। ਉਹਦੇ ਵਿੱਚ ਵੀ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਕਿ ਜਿਹੜੇ ਕਾਰਪੋਰੇਟ ਨੇ, ਅਡਾਨੀ ਵਰਗਿਆਂ ਦੀ ਗੱਲ ਆ ਜਾਂਦੀ ਹੈ ਕਿ ਉਹਨਾਂ ਦਾ ਸਿੱਧਾ ਫਾਇਦਾ ਜਿਹੜਾ ਕਰਾਉਣਾ ਚਾਹੁੰਦੀ ਹੈ ਸਰਕਾਰ, ਉੱਥੋਂ ਵੀ ਹੱਥ ਘੁੱਟ ਲਿਆ। ਦੇਖੋ ਇਦਾਂ ਹੈ ਵੀ ਜਿਹੜਾ 3 ਜਿਹੜੇ ਕ੍ਰਿਸ਼ੀ ਕਾਨੂੰਨ ਥੇ ਉਹ ਵੀ ਇਸੇ ਮੰਤਵ ਨਾਲ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਕਾਰਪੋਰੇਟ ਨੂੰ ਫਾਇਦਾ ਪਹੁੰਚਾਇਆ ਜਾਵੇ ਔਰ ਉਹਦਾ ਸੰਘਰਸ਼ ਜਿਹੜਾ ਚੱਲਿਆ ਉਹਦੇ ਵਿੱਚ ਹਰ ਪੰਜਾਬੀ ਇਨਵੋਲਡ ਥਾ। ਉਹਦੇ ਵਿੱਚ ਕਿਸੇ ਨੇ ਪਾਰਟੀ ਨਹੀਂ ਦੇਖੀ, ਕਿਸੇ ਨੇ ਕੋਈ ਫੈਕਸ਼ਨ ਨਹੀਂ ਦੇਖਿਆ, ਸਾਰੇ ਇਕੱਠੇ ਹੋ ਕੇ ਲੱਗੇ। ਬੇਸ਼ੱਕ ਉਹਦੀ ਅਗਵਾਈ ਕਿਸਾਨ ਮੋਰਚੇ ਨੇ ਕੀਤੀ। ਇਸੇ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਜਿਹੜੀ ਹੈਗੀ ਹੈ, ਅਗਰ ਉਹ ਇਹ ਕਹਿੰਦੀ ਹੈ ਕਿ ਤੁਸੀਂ ਕੋਲਾ ਬਾਹਰੋਂ ਲੈ ਲਓ, ਤੁਸੀਂ ਬਾਹਰੋਂ ਕੋਲਾ ਕੋਈ ਵੀ ਸਟੇਟ ਨਹੀਂ ਖਰੀਦ ਸਕਦਾ, ਕਿਉਂਕਿ ਜਿਹੜੀ ਦੇਸ਼ ਦੀ ਪ੍ਰਭੂ ਸੱਤਾ ਹੈਗੀ ਹੈ ਔਰ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ। ਕੇਂਦਰ ਸਰਕਾਰ ਤੋਂ ਪੁੱਛੇ ਜਾਂ ਉਹਨਾਂ ਦੀ ਮਰਜ਼ੀ ਤੇ ਬਿਨਾ ਤੁਸੀਂ ਵਿਦੇਸ਼ਾਂ ਦੇ ਨਾਲ ਕਿਸੇ ਕਿਸਮ ਦਾ ਡੀਲ ਨਹੀਂ ਕਰ ਸਕਦੇ। ਕੇਂਦਰ ਸਰਕਾਰ ਇਨਵੋਲਵ ਹੋਏਗੀ ਹੀ ਹੋਏਗੀ ਉਹਦੇ ਵਿੱਚ। ਇਹ ਨਹੀਂ ਹੈ ਵੀ ਕੋਲਾ ਤੁਸੀਂ ਬਾਹਰੋਂ ਲੈ ਲਓ। ਦੂਸਰੀ ਗੱਲ ਇਹ ਹੈਗੀ ਹੈ ਕਿ ਅਗਰ ਸਟੇਟ ਦੇ ਵਿੱਚ, ਪੂਰੇ ਕੰਟਰੀ ਦੇ ਵਿੱਚ ਦੂਸਰੀ ਜਗ੍ਹਾ ਜਿਹੜੇ ਥਰਮਲ ਪਲਾਂਟ ਹੈ, ਅਗਰ ਉਹਨਾਂ ਨੂੰ ਕੋਲਾ ਸੈਂਟਰ ਗਵਰਨਮੈਂਟ ਦੇ ਰਹੀ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ ਦੇ ਰਹੀ? ਇਸ ਵੇਲੇ ਸਿਚੁਏਸ਼ਨ ਹੈਗੀ ਹੈ ਹਰਿਆਣੇ ਦੇ ਜਿਹੜੇ ਥਰਮਲ ਪਲਾਂਟ ਹੈ ਉਹਨਾਂ ਦੇ ਵਿੱਚ ਕੋਲੇ ਦੀ ਮਾਤਰਾ ਜ਼ਿਆਦਾ ਪਈ ਹੈ ਐਜ਼ ਕੰਪੇਅਰ ਟੂ ਪੰਜਾਬ। ਔਰ ਕਈ ਵਾਰ ਐਸਾ ਵੀ ਹੋਇਆ ਹੈ ਕਿ ਪੰਜਾਬ ਦੇ ਵਿੱਚ 2 ਜਾਂ 3 ਦਿਨਾਂ ਦਾ ਹੀ ਕੋਲਾ ਰਹਿ ਗਿਆ ਔਰ ਉਸ ਤੋਂ ਬਾਅਦ ਐਮਰਜੈਂਸੀ ਦੇ ਵਿੱਚ ਕੋਲਾ ਜਿਹੜਾ ਹੈਗਾ ਉਹਦੀਆਂ ਰਿਕੁਐਸਟਾਂ ਕਰਨੀਆਂ ਪਈਆਂ ਸੈਂਟਰ ਗਵਰਨਮੈਂਟ ਨੂੰ। ਸੈਂਟਰ ਗਵਰਨਮੈਂਟ ਨੂੰ ਚਾਹੀਦਾ ਹੈਗਾ ਕਿ ਸਾਰੇ ਸਟੇਟਾਂ ਦੇ ਨਾਲ ਇੱਕ ਮਤਲਬ ਕਾਮਨ ਵਿਵਹਾਰ ਕਰੇ। ਇਹ ਨਹੀਂ ਹੈ ਕਿ ਤੁਸੀਂ ਕਿਸੇ ਸਟੇਟ ਵਾਸਤੇ ਕੋਈ ਕਾਨੂੰਨ ਹੋਵੇ, ਕਿਸੇ ਸਟੇਟ ਵਾਸਤੇ ਕੋਈ ਕਾਨੂੰਨ ਹੋਵੇ। ਔਰ ਮੈਨੂੰ ਇਦਾਂ ਲੱਗਦਾ ਹੈਗਾ ਕਿ ਜਿਸ ਰਾਹ ਤੇ ਸੈਂਟਰ ਗਵਰਨਮੈਂਟ ਤੁਰੀ ਹੋਈ ਹੈ ਉਹਦੇ ਦਿਮਾਗ ਦੇ ਵਿੱਚ ਇਹ ਹੈਗਾ ਵੀ ਕੁਛ ਮਰਜ਼ੀ ਹੋ ਜਵੇ, ਜਿੱਥੇ ਜਿੱਥੇ ਵੀ ਨਾਨ ਕਾਂਗਰਸ ਗਵਰਨਮੈਂਟ ਹੈ ਉਹਨਾਂ ਨੂੰ ਬਦਨਾਮ ਕਰਕੇ, ਅੰਗਰੇਜ਼ੀ 'ਚ ਕਹਿੰਦੇ ਆ ਵੀ ਤੁਸੀਂ ਪਹਿਲਾਂ ਜਿਹੜਾ ਬਦਨਾਮ ਕਰੋ ਉਸ ਤੋਂ ਬਾਅਦ ਉਹਨੂੰ ਖਤਮ ਕਰੋ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਔਰ ਆਪਾਂ ਦੇਖ ਰਹੇ ਹਾਂ ਕਿ ਨਾਨ ਬੀਜੇਪੀ ਗਵਰਨਮੈਂਟਸ ਦੇ ਨਾਲ ਕਾਫੀ ਜ਼ਿਆਦਾ ਧੱਕਾ ਹੋ ਰਿਹਾ ਔਰ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ। ਉਹਦੇ ਵਾਸਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਤੇ ਆਵਾਮ ਨੂੰ, ਲੋਕਾਂ ਨੂੰ ਇਹ ਗੱਲ ਜਿਹੜੀ ਹੈਗੀ ਹੈ ਇਹ ਉਜਾਗਰ ਕਰਨੀ ਚਾਹੀਦੀ ਹੈ ਔਰ
ਇਹਨੂੰ ਕਰੈਕਟ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਦੇ ਨਾਲ ਤਾਂ ਇੱਕ ਡਿਕਟੇਟਰਸ਼ਿਪ ਚੱਲੇਗੀ। ਹੁਣ ਇੱਕ ਪਾਸੇ ਤਾਂ ਸੈਂਟਰ ਗਵਰਨਮੈਂਟ ਕਹਿੰਦੀ ਹੈ ਕਿ ਇਹ ਕੋਆਪਰੇਟਿਵ ਫੈਡਰਲਿਜ਼ਮ ਹੈ। ਅਗਰ ਉਹ ਕੋਆਪਰੇਟਿਵ ਫੈਡਰਲਿਜ਼ਮ ਹੈ ਤਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਕੋਆਪਰੇਸ਼ਨ ਹੋਣੀ ਚਾਹੀਦੀ ਹੈ, ਲੇਕਿਨ ਇਹ ਇੱਕ ਫੋਰਸਡ ਕਿਸਮ ਦਾ ਫੈਡਰਲਿਜ਼ਮ ਹੈ। ਇਹ ਇੱਕ ਐਸਾ ਫੈਡਰਲਿਜ਼ਮ ਡਿਵੈਲਪ ਹੋ ਰਿਹਾ ਜਿਹਦੇ ਵਿੱਚ ਸੰਘਾਤਮਕ ਢਾਂਚੇ ਦੇ ਸਿਰ ਦੇ ਉੱਪਰ ਬੈਠੀ ਕੇਂਦਰ ਸਰਕਾਰ ਆਪਣੀ ਟਰਮ ਡਿਕਟੇਟ ਕਰ ਰਹੀ ਹੈ ਔਰ ਉਹਦੇ ਅਗੇਂਸਟ ਤੁਸੀਂ ਬੋਲ ਨਹੀਂ ਸਕਦੇ। ਤੁਸੀਂ ਆ ਪੈਂਡੈਮਿਕ ਦੇ ਮਸਲੇ 'ਚ ਦੇਖ ਲਓ, ਜਿੰਨੇ ਵੀ ਛੋਟੇ ਤੋਂ ਛੋਟਾ ਫੈਸਲਾ ਹੋਇਆ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਸਹਾਰਾ ਲੈ ਕੇ ਛੋਟੇ ਤੋਂ ਛੋਟਾ ਫੈਸਲਾ ਜਿਹੜਾ ਹੈਗਾ ਉਹ ਰਾਜ ਸਰਕਾਰਾਂ ਦੇ ਉੱਪਰ ਥੋਪਿਆ ਗਿਆ ਹੈ। ਰਾਜ ਸਰਕਾਰਾਂ ਚਾਹੁੰਦੀਆਂ ਥੀਆਂ ਨਹੀਂ ਚਾਹੁੰਦੀਆਂ ਥੀਆਂ, ਉਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਕਹਿੰਦੇ ਹੁੰਦੇ ਸੀ ਕਿ ਡਿਜ਼ਾਸਟਰ ਮੈਨੇਜਮੈਂਟ ਦੇ ਐਕਟ ਅੰਦਰ ਹੋ ਰਿਹਾ, ਤੁਸੀਂ ਕੁਝ ਨਹੀਂ ਬੋਲ ਸਕਦੇ। ਤਾਂ ਸਾਡਾ ਜਿਹੜਾ ਸੰਘੀ ਢਾਂਚਾ ਹੈਗਾ ਉਹ ਬਹੁਤ ਹੀ ਚੁਰਮਰਾਇਆ ਹੈ ਪਿਛਲੇ 5-7 ਸਾਲਾਂ ਦੇ ਵਿੱਚ, ਔਰ ਇਹ ਜਿਹੜਾ ਸੰਘੀ ਢਾਂਚੇ ਨੂੰ ਇਹ ਜਿਹੜੀ ਢਾਹ ਲੱਗ ਰਹੀ ਹੈ, ਇਹ ਦੇਸ਼ ਵਾਸਤੇ ਵੀ ਔਰ ਸਟੇਟਸ ਵਾਸਤੇ ਵੀ ਠੀਕ ਨਹੀਂ ਹੈ। ਸਟੇਟਸ ਦੀ ਆਪਣੀ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਕੰਮ ਕਰਨ ਦੀ, ਲੇਕਿਨ ਕੇਂਦਰ ਸਰਕਾਰ ਨੇ ਜਿਹੜੀਆਂ ਸਟੇਟ ਗਵਰਨਮੈਂਟਸ ਹੈ ਉਹਨਾਂ ਨੂੰ ਮਿਊਨਿਸਪਲ ਕਮੇਟੀਆਂ ਵਾਂਗੂ ਬਣਾ ਕੇ ਰੱਖਤਾ ਹੈ। ਕੇਂਦਰ ਸਰਕਾਰਾਂ ਕੋਲ ਦੇ ਵਿੱਚ ਨਾ ਤਾਂ ਰੈਵਨਿਊ ਦੇ ਸਾਧਨ ਹੈਗੇ ਆ, ਨਾ ਉਹਨਾਂ ਕੋਲ ਡਿਸੀਜਨ ਮੇਕਿੰਗ ਦੇ ਸਾਧਨ ਆ। ਅਗਰ ਕੋਈ ਵੀ ਕਾਨੂੰਨ ਬਣਾਉਂਦੇ ਆ, ਕੋਈ ਵੀ ਫੈਸਲਾ ਕਰਦੇ ਆ, ਉਹ ਗਵਰਨਰ ਜਿਹੜੇ ਹੈਗੇ ਆ ਉਹ ਦੱਬ ਕੇ ਬਹਿ ਜਾਂਦੇ ਆ, ਅੱਗੇ ਤੱਕ ਨਹੀਂ ਉਹ ਕਰਦੇ ਜਾਂ ਉਹਨਾਂ ਨੂੰ ਮਨਜ਼ੂਰੀ ਨਹੀਂ ਦਿੰਦੇ। ਗਵਰਨਰ ਜਿਹੜੇ ਹੈਗੇ ਆ ਉਹ ਅੱਜ ਕੱਲ੍ਹ ਪੋਲੀਟੀਸ਼ੀਅਨਸ ਵਾਂਗੂ ਕੰਮ ਕਰ ਰਹੇ ਆ। ਬਹੁਤ ਸਾਰੇ ਗਵਰਨਰ ਜਿਹੜੇ ਹੈਗੇ ਆ ਉਹ ਸਟੇਟ ਦੇ ਚੀਫ ਮਿਨਿਸਟਰਾਂ ਨੂੰ ਤੰਗ ਕਰਨ ਵਾਸਤੇ ਰੱਖੇ ਹੋਏ ਆ। ਆਪਾਂ ਵੈਸਟ ਬੰਗਾਲ ਦੀ ਐਗਜ਼ਾਮਪਲ ਲੈ ਲਓ, ਆਪਾਂ ਇਹਦੀ ਕੇਰਲਾ ਦੀ ਐਗਜ਼ਾਮਪਲ ਲੈ ਲਓ। ਤੁਸੀਂ ਦੇਖੋ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਸੰਘੀ ਕੁੱਟੀ ਜਾ ਰਹੇ ਹੋ ਸਟੇਟ ਗਵਰਨਮੈਂਟਾਂ ਦੀ, ਔਰ ਸਟੇਟ ਗਵਰਨਮੈਂਟਾਂ ਵਿਚਾਰੀਆਂ ਵਿੱਚ ਫਸੀਆਂ ਹੋਈਆਂ ਨੇ। ਲੋਕ ਕਹਿੰਦੇ ਤੁਸੀਂ ਪਰਫਾਰਮ ਕਰੋ, ਤੁਸੀਂ ਸਾਨੂੰ ਦਿਓ ਜੋ ਵਾਅਦੇ ਕੀਤੇ ਸੀਗੇ। ਪੋਲੀਟੀਕਲ ਪਾਰਟੀਆਂ ਵਾਅਦੇ ਇਹੋ ਜਿਹੇ ਕਸੂਤੇ ਕਰ ਲੈਂਦੀਆਂ ਜਿਹੜੀਆਂ ਪੂਰੇ ਨਹੀਂ ਕਰ ਸਕਦੀਆਂ। ਕੇਂਦਰ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਉੱਥੇ ਡਿਸਕ੍ਰਿਮੀਨੇਸ਼ਨ ਹੈ ਐਲੋਕੇਸ਼ਨ ਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਿਲ ਕੇ ਕੇਂਦਰ ਸਰਕਾਰ ਇੱਕ ਸੈਂਡਵਿਚ ਬਣ ਚੁੱਕੀ ਹੈ ਲੋਕਾਂ ਤੇ ਕੇਂਦਰ ਸਰਕਾਰ ਦੇ ਵਿੱਚ। ਬਿਲਕੁਲ ਰਾਜ ਸਰਕਾਰਾਂ ਜਿਹੜੀਆਂ ਹੈਗੀਆਂ ਵਿੱਚ ਫਸੀਆਂ ਹੋਈਆਂ। ਜੀ ਬਿਲਕੁਲ ਬਿਲਕੁਲ। ਇੱਕ ਗੱਲ ਤਾਂ ਸਾਫ਼ ਹੈ ਕਿ ਲੋਕ ਵੀ ਇਸ ਗੱਲ ਨੂੰ ਸਮਝਦੇ ਨੇ। ਲੋਕ ਕਹਿੰਦੇ ਨੇ ਕਿ ਹੁਣ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਬਹੁਮਤ ਦੇ ਕੇ ਜਿਤਾਤਾ ਤੇ ਹੁਣ ਕੋਈ ਬਹਾਨਾ ਨਹੀਂ ਚੱਲਣਾ। ਕਿਤੇ ਕੱਲ ਨੂੰ ਜਿਵੇਂ ਮੋਦੀ ਸਾਹਿਬ ਜਦੋਂ ਪਹਿਲੀ ਵਾਰੀ ਆਏ ਤਾਂ ਇੱਕ ਮੌਕਾ ਉਹਨਾਂ ਨੇ ਵੀ ਲਿਆ, ਫਿਰ ਦੂਜੀ ਵਾਰੀ ਫਿਰ ਇੱਕ ਵਾਰ ਮੋਦੀ ਸਰਕਾਰ, ਤੇ ਇਹ ਕਹਿੰਦੇ ਪੰਜਾਬ ਵਿੱਚ ਨਹੀਂ ਚੱਲਣਾ। ਇੱਕ ਮੌਕਾ ਕੇਜਰੀਵਾਲ ਨੂੰ, ਕਿਤੇ ਅਗਲੀ ਵਾਰੀ ਫਿਰ ਕਹਿਣ ਇੱਕ ਹੋਰ ਮੌਕਾ ਕੇਜਰੀਵਾਲ ਨੂੰ। ਇਸ ਵਾਰ ਦਾ ਸਟੈਂਡ ਜਿਹੜਾ ਉਹ ਕਲੀਅਰ ਕਰਨਾ ਪੈਣਾ ਕਿ ਤੁਸੀਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕੀ ਪਹੁੰਚ ਰੱਖਦੇ ਹੋ। ਮੈਂ ਇੱਥੇ ਖਾਲਿਦ ਸਾਹਿਬ ਆਖਰੀ ਸਵਾਲ ਇਹ ਤੁਹਾਨੂੰ ਪੁੱਛਣ ਲੱਗਿਆ ਕਿ ਮੈਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸੁਣਿਆ ਦਿੱਲੀ ਵਿਧਾਨ ਸਭਾ ਚੋਂ ਕਹਿ ਰਹੇ ਸੀ ਕਿ ਅਸੀਂ ਜੀ ਭਗਵੰਤ ਮਾਨ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਨੇ, ਅਸੀਂ ਯਕੀਨ ਦਿਵਾਉਂਦੇ ਹਾਂ ਅਸੀਂ ਕੇਂਦਰ ਨਾਲ ਮਿਲ ਕੇ ਚੱਲਾਂਗੇ। ਪਰ ਜਦੋਂ ਕੇਂਦਰ ਹੀ ਤੁਹਾਡੇ ਨਾਲ ਮਿਲ ਕੇ ਨਹੀਂ ਚੱਲਦਾ ਤਾਂ ਫਿਰ ਉੱਥੇ ਤੁਹਾਨੂੰ ਆਪਣਾ ਸਟੈਂਡ ਸਪਸ਼ਟ ਕਰ ਦੇਣਾ ਚਾਹੀਦਾ। ਤੁਹਾਨੂੰ ਪਤਾ ਹੈ ਦਿੱਲੀ 'ਚ ਤੁਹਾਡੇ ਨਾਲ ਕੀ ਹੋਇਆ ਤੇ ਪੰਜਾਬ ਦੇ ਵਿੱਚ ਜੋ ਕੁਝ ਉਹਨਾਂ ਨੇ ਕਰਨਾ ਉਹ ਕਰਕੇ ਰਹਿਣਾ, ਤੇ ਫਿਰ ਉੱਥੇ ਬਹਾਨੇਬਾਜ਼ੀ ਨਹੀਂ ਲੋਕਾਂ ਅੱਗੇ ਚੱਲੂਗੀ ਕਿ ਇਹਨਾਂ ਨੇ ਸਾਨੂੰ ਕਰਨ ਨਹੀਂ ਦਿੱਤਾ। ਦੇਖੋ ਇਦਾਂ ਵੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈਗੀ ਹੈ ਕਿ ਜਿਸ ਵੇਲੇ ਭਗਵੰਤ ਮਾਨ ਨੇ ਸਕੀਮ ਐਲਾਨੀ ਹੈ 2-3 ਦਿਨ ਪਹਿਲਾਂ ਕਿ ਅਸੀਂ ਲੋਕਾਂ ਦੇ ਘਰ ਘਰ ਪਹੁੰਚ ਕੇ ਆਟਾ ਦਾਲ ਵਗੈਰਾ ਦੇਵਾਂਗੇ, ਲੇਕਿਨ ਉਹਦੀ ਸਭ ਤੋਂ ਜ਼ਿਆਦਾ ਐਕਸਪਲੇਨੇਸ਼ਨ ਕੇਜਰੀਵਾਲ ਦਿੰਦਾ ਨਜ਼ਰ ਆਇਆ, ਜਿਹੜਾ ਕਿ ਲੋਕਾਂ ਨੂੰ ਇੰਨਾ ਵਧੀਆ ਨਹੀਂ ਲੱਗਿਆ। ਇਸ ਕਰਕੇ ਕਿਉਂਕਿ ਉਹ ਇੱਕ ਤਰ੍ਹਾਂ ਉਹੀ ਗੱਲ ਹੋ ਗਈ ਕਿ ਤੁਸੀਂ ਰਿਮੋਟ ਨਾਲ ਸਰਕਾਰ ਚਲਾ ਰਹੇ ਹੋ, ਰਿਮੋਟ ਨਾਲ ਸਰਕਾਰ ਦੀਆਂ ਪਾਲਿਸੀਜ਼ ਚਲਾ ਰਹੇ ਹੋ। ਇੱਕ ਗੱਲ ਮੈਂ ਤੁਹਾਨੂੰ ਧਿਆਨ ਨਾਲ ਸੁਣ ਲੈਣ ਦਰਸ਼ਕ, ਜਿੰਨਾ ਜ਼ਿਆਦਾ ਕੇਜਰੀਵਾਲ ਪੰਜਾਬ ਦੀ ਸਰਕਾਰ ਦੇ ਵਿੱਚ ਇਨਵੋਲਵ ਹੋਣ ਦੀ ਕੋਸ਼ਿਸ਼ ਕਰੇਗਾ, ਉਨਾ ਹੀ ਜ਼ਿਆਦਾ ਆਮ ਆਦਮੀ ਪਾਰਟੀ ਦੀ ਵਿਰੋਧਤਾ बढ़ेगी, ਕਿਉਂਕਿ ਪੰਜਾਬੀ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਦੀ ਇੰਟਰਫੇਰੈਂਸ ਬਰਦਾਸ਼ਤ ਨਹੀਂ ਕਰਦੇ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਸ ਵੇਲੇ ਪੋਲੀਟੀਕਲ ਪਾਰਟੀਆਂ ਕੋਈ ਵਾਅਦੇ ਕਰਦੀਆਂ ਨੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੀ ਕੈਲਕੂਲੇਸ਼ਨ 'ਚ ਹੋਣਾ ਚਾਹੀਦਾ ਕਿਵੇਂ ਪੂਰਾ ਕਰਾਂਗੇ। ਦੇਖੋ ਅਗਰ ਤੁਸੀਂ ਜਿੰਨਾ ਤੁਸੀਂ ਖਾ ਲਵੋ ਓਨਾ ਨਿਗਲ ਨਾ ਸਕੋ, ਉਹ ਤੁਹਾਡੇ ਵਾਸਤੇ ਖਤਰਨਾਕ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਆਂ ਖਾ ਜ਼ਿਆਦਾ ਰਹਿੰਦੀਆਂ, ਨਿਗਲ ਸਕਦੀਆਂ ਨਹੀਂ ਹਨ, ਉਹ ਗਲੇ 'ਚ ਫਸ ਜਾਂਦਾ ਹੈ।
ਮੈਂ ਤੁਹਾਨੂੰ ਦੱਸਦਾ ਕਿ ਜਿੰਨੀਆਂ ਵੀ ਵਾਅਦੇ ਕੀਤੇ ਹੈ ਆਮ ਆਦਮੀ ਪਾਰਟੀ ਨੇ, ਉਹ ਵਾਅਦਿਆਂ ਦੇ ਵਿੱਚੋਂ ਅਗਰ 25% ਵੀ ਪੂਰੇ ਹੋ ਜਾਣ, ਹੂੰ, ਜਿਸ ਤਰ੍ਹਾਂ ਦੀ ਹਾਲਤ ਹੈ ਪੰਜਾਬ ਦੀ, ਮੈਂ ਕਹਿੰਦਾ ਅਸੀਂ ਕਹਾਂਗੇ ਵੀ ਸਕਸੈਸਫੁਲ ਹੈ। ਲੇਕਿਨ ਉਹ ਹੁੰਦਾ ਨਜ਼ਰ ਨਹੀਂ ਆਉਂਦਾ। ਹੁਣ ਤੁਸੀਂ ਦੇਖੋ, ਬਜਾਏ ਇਸ ਦੇ ਕਿ ਤੁਸੀਂ ਉਹ ਵਾਅਦੇ ਜਿਹੜੇ ਜਿਨ੍ਹਾਂ ਪਰ ਤੁਸੀਂ ਵੋਟਾਂ ਲੈਤੀਆਂ ਨੇ, ਉਹਨੂੰ ਪਰੇ ਕਰਕੇ ਤੁਸੀਂ ਨਵੇਂ ਪਾਸੇ ਤੁਰ ਪਏ ਹੋ ਜੀ। ਆਟਾ ਦਾਲ ਸਕੀਮ ਉਹ ਤਾਂ ਪਹਿਲਾਂ ਵੀ ਸੀਗੀ, ਬਾਕੀ ਅਕਾਲੀਆਂ ਵੇਲੇ ਵੀ ਸੀਗੀ, ਕਾਂਗਰਸ ਵੇਲੇ ਵੀ ਸੀਗੇ। ਕੋਈ ਉਹਦੇ 'ਚ ਤਰੁੱਟੀਆਂ ਖਾਮੀਆਂ ਹੋ ਸਕਦੀਆਂ। ਤਾਂ ਮੈਨੂੰ ਲੱਗਦਾ ਹੈਗਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਫਸ ਜਾਣੀ ਹੈ ਵਾਅਦਿਆਂ ਦੇ ਚੱਕਰ ਦੇ ਵਿੱਚ, ਜਿਹੜਾ ਉਹਨਾਂ ਨੇ ਕੀਤੇ ਹੈ ਉਹਨਾਂ ਦੀ ਪੂਰੀ ਕਰਨ ਦੇ ਵਿੱਚ, ਔਰ ਉਧਰੋਂ ਕੇਂਦਰ ਸਰਕਾਰ ਦਾ ਜਿਹੜਾ ਹੈਗਾ ਅਸਹਿਯੋਗ, ਉਹ ਸਾਰਿਆਂ ਨੂੰ ਕਿਸ ਤਰੀਕੇ ਦੇ ਨਾਲ, ਔਰ ਇੱਕ ਜਿਹੜਾ ਇਨਐਕਸਪੀਰੀਅੰਸ ਸਰਕਾਰ ਦਾ। ਦੇਖੋ, ਸਰਕਾਰਾਂ ਇਹ ਨਹੀਂ ਚੱਲਦੀਆਂ ਹੁੰਦੀਆਂ ਕਿ ਤੁਸੀਂ ਕਿਹੜੇ ਸਕੂਲ ਤੇ ਛਾਪਾ ਮਾਰ ਲਿਆ ਤੇ ਕਿਹੜੇ ਤਹਿਸੀਲ 'ਚ ਛਾਪਾ ਮਾਰ ਲਿਆ। ਇਹ ਕੰਮ ਜਿਹੜਾ ਹੈਗਾ ਬਿਊਰੋਕ੍ਰੇਸੀ ਦਾ। ਤੁਹਾਡਾ ਕੰਮ ਹੈਗਾ ਪਾਲਿਸੀ ਮੇਕਿੰਗ। ਤੁਸੀਂ ਅਗਰ ਇੱਕ ਦਿਸ਼ਾ ਤੇ ਦਸ਼ਾ ਨਹੀਂ ਦਿਓਗੇ ਸਟੇਟ ਨੂੰ ਇੱਕ ਨਵਾਂ ਰਾਹ ਨਹੀਂ ਦਿਖਾਓਗੇ, ਤਾਂ ਜਿਹੜਾ ਹੈਗਾ ਤੁਹਾਡਾ ਹਸ਼ਰ ਵੀ ਮਾੜਾ ਹੋਏਗਾ, ਕਿਉਂਕਿ ਲੋਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵੇਟ ਕਰਨ ਵਾਲੇ ਨਹੀਂ ਹਨ। ਜੀ, ਸ਼ੁਕਰੀਆ ਖਾਲਿਦ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ ਜੀ। ਸੋ ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ। ਕੇਂਦਰ ਜੋ ਕੁਝ ਪੰਜਾਬ ਨਾਲ ਕਰ ਰਿਹਾ ਜਾਂ ਜੋ ਕੁਝ ਸਟੇਟਾਂ ਦੇ ਪ੍ਰਤੀ ਉਹਨਾਂ ਦੀ ਸੋਚ ਹੈ, ਉਹਦੇ ਉੱਤੇ ਅਸੀਂ ਚਰਚਾ ਕੀਤੀ ਆ। ਲਗਾਤਾਰ ਜੇ ਫੈਸਲੇ ਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਕਿਉਂ ਨਹੀਂ ਠੋਸ ਸਟੈਂਡ ਲੈਂਦੀ, ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਬਣ ਜਾਂਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।